IBN 7 खबरनामा, हर खबर सच के साथ। केंद्र सरकार की तरफ से जारी किए गए 3 ऑर्डिनेंस के खिलाफ आज नौजवान भारत सभा और पंजाब स्टूडेंट यूनियन की ओर से रोष मार्च निकाला गया और उसके बाद RSS के दफ्तर का घेराव किया गया। लेकिन RSS के दफ्तर से पहले ही भारी गिनती में पुलिस बल तैनात किया गया था, जिन्होंने प्रदर्शनकारियों को बैरिकेडिंग लगाकर पहले ही रोक लिया। स्टूडेंट यूनियन के आगू ने कहा कि जैसे बीजेपी ने काले कानून लाकर किसानों से रोजी रोटी छीनी है, वैसे ही RSS यही काम कर रही है। आज हम शांतमय ढंग से प्रदर्शन कर रहे हैं। अगर इन्होंने ये कानून रद्द नहीं किए तो हमारा संघर्ष और भी तीखा होगा। चाहे हमारी गिनती कम है, फिर भी हम इन्हें सबक सिखा कर रहेंगे। उन्होंने कहा कि मोदी सरकार द्वारा किसानों को मीटिंग के नाम पर दिल्ली बुलाकर महज मजाक किया गया है। वहीं RSS के पंजाब के प्रचारक राम गोपाल जी का कहना है कि किसान के समर्थन के नाम पर RSS को निशाना बनाया जा रहा है। पंजाब में किसान द्वारा नहीं बल्कि कोई और संगठन द्वारा RSS के दफ्तर को तोड़ फोड़ कर और पंजाब के संगरूर में RSS दफ्तर के बाहर लगे बोर्ड पर हिंदू के स्वास्तिक को काट कर कालिख लगाकर हिंदू धर्म के साथ बेअदबी की जा रही है। RSS के साथ किसान का कोई लेना देना नहीं, किसान और केंद्र सरकार का मसला है। इसमें RSS का कोई संबंध नहीं। RSS एक ऐसा संघ है जो लोगों को जोड़ता है, लेकिन कुछ संस्थाएं ऐसी हैं जो RSS का नाम बदनाम करके इस संघ को तोड़ना चाहते हैं। ਅੱਜ ਅਸੀਂ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ RSS ਦਾ ਦਫ਼ਤਰ ਦਾ ਘਿਰਾਓ ਜਿਹੜਾ ਕੀਤਾ ਹੈਗਾ। ਅਸੀਂ ਐਲਾਨ ਕੀਤਾ ਸੀਗਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਅਸੀਂ ਘਿਰਾਓ ਕਰਾਂਗੇ ਤੇ ਉਹ ਅਸੀਂ ਘਿਰਾਓ ਕੀਤਾ ਅੱਜ। ਔਰ ਸਾਡੀ ਅੱਜ ਦੀ ਮੰਗ ਆ ਕਿ RSS ਆਪਦੇ ਆਪ ਨੂੰ ਸਭ ਤੋਂ ਵੱਡੀ ਕੌਮ ਦੀ ਨਿਰਮਾਤਾ ਸੰਸਥਾ ਕਹਿੰਦੀ ਹੈ ਔਰ ਅੱਜ ਸਾਡੀ ਕੌਮ ਸਾਡੇ ਰਾਸ਼ਟਰ ਦੀ ਜਿਹੜੀ ਕੁੱਲ ਸੰਪत्ति ਆ ਸਮੇਤ ਸਾਡੀਆਂ ਜ਼ਮੀਨਾਂ ਸਾਡੀ ਖੇਤੀ ਉਹਨੂੰ ਮੋਦੀ ਸਰਕਾਰ ਕਾਰਪੋਰੇਟਾਂ ਕੋਲੇ ਗਿਰਵੀ ਰੱਖ ਰਹੀ ਹੈ। ਤਾਂ ਫਿਰ ਅੱਜ RSS ਰਾਸ਼ਟਰ ਦੇ ਹਿੱਤ 'ਚ ਖੜਨ ਦੀ ਬਜਾਏ ਕਾਰਪੋਰੇਟ ਦੇ ਹਿੱਤ ਦੇ ਵਿੱਚ ਕਿਉਂ ਖੜ ਰਹੀ ਹੈ। ਦੂਸਰਾ, ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਸਿੱਖ, ਈਸਾਈ, ਮੁਸਲਿਮ ਕਿਸਾਨੀ ਦੇ ਨਾਲ ਹਿੰਦੂ ਕਿਸਾਨੀ ਵੀ ਰਗੜੀ ਜਾਣੀ ਆ ਤੇ ਆਪਦੇ ਆਪ ਨੂੰ ਦੇਸ਼ ਭਗਤ ਔਰ ਹਿੰਦੂ ਰਾਸ਼ਟਰ ਦੇ ਨਾਮ ਤੇ ਸਿਆਸਤ ਕਰਨ ਵਾਲੀ ਜਿਹੜੀ RSS ਆ ਉਹ ਅੱਜ ਹਿੰਦੂ ਕਿਸਾਨੀ ਨਾਲ ਖੜਨ ਦੀ ਬਜਾਏ ਅਬਾਨੀਆਂ ਅਡਾਨੀਆਂ ਨਾਲ ਜਾ ਕੇ ਜਿਹੜੀ ਆ ਉਹ ਖੜ ਗਈ ਆ। ਅਸੀਂ ਅੱਜ ਦੇ ਰੋਸ ਪ੍ਰਦਰਸ਼ਨ 'ਚ ਮੰਗ ਕੀਤੀ ਆ ਕਿ ਪਹਿਲਾਂ ਤਾਂ ਜਿਹੜੇ ਭਾਜਪਾ ਦੇ ਲੀਡਰ ਭੜਕਾਊ ਬਿਆਨ ਦੇ ਰਹੇ ਆ ਕਿ ਜਿਹੜਾ ਸਾਡੇ ਦਫ਼ਤਰਾਂ ਨੂੰ ਆਊਗਾ ਉਹ ਵਾਪਸ ਸਟੇਚਰਾਂ ਤੇ ਜਾਊਗਾ, ਇਹੋ ਜਿਹੇ ਆਗੂਆਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ। ਸਾਡੇ ਸੰਗਰੂਰ 'ਚ ਸਾਥੀ ਜਿਹੜੇ ਆ ਜੇਲ੍ਹੀ ਡੱਕੇ ਹੋਏ ਆ, ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ RSS ਦਫ਼ਤਰ ਦੇ ਬਾਹਰ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਖੇਤੀ ਕਾਨੂੰਨ ਜਿਹੜੇ ਆ ਤੁਰੰਤ ਰੱਦ ਕੀਤੇ ਜਾਣ। ਮੋਦੀ ਸਰਕਾਰ ਜਿਹੜਾ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਵਕੂਫ ਬਣਾ ਰਹੀ ਆ, ਇੱਥੋਂ ਬੁਲਾ ਲੈਂਦੇ ਤੇ ਕੋਈ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੁੰਦਾਗਾ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਕਹਿੰਦੇ ਅਸੀਂ ਪੰਜਾਬੀ 'ਚ ਟਰਾਂਸਲੇਟ ਕਰਕੇ ਤੁਹਾਨੂੰ ਕਾਨੂੰਨ ਪੜ੍ਹਾਵਾਂਗੇ, ਤੁਹਾਨੂੰ ਪੜ੍ਹਨੇ ਨਹੀਂ ਆਉਂਦੇਗੇ। ਪੰਜਾਬ ਦੀ ਜਿਹੜੀ ਕਿਸਾਨੀ ਲੀਡਰਸ਼ਿਪ ਆ ਉਹ ਵੈਲ ਐਜੂਕੇਟਡ ਆ ਔਰ ਵੈਲ ਡਿਸਪਲਿਨਡ ਜਿਹੜੀ ਲੀਡਰਸ਼ਿਪ ਆ ਇਹ ਇਹਨਾਂ ਨੂੰ ਅਨਪੜ੍ਹ ਸਮਝਦੇ ਆ। ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅੱਜ ਨੌਜਵਾਨਾਂ ਵੱਲੋਂ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ ਤੇ ਆਏ ਆ। ਜੇ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਂਦੇ, ਢੰਗ ਨਾਲ ਗੱਲ ਨਹੀਂ ਕਰਦੇ, ਖੇਤੀ ਕਾਨੂੰਨ ਵਾਪਸ ਨਹੀਂ ਲੈਂਦੇ ਤਾਂ ਮੋਦੀ ਸਰਕਾਰ ਨੂੰ ਬਹੁਤ ਮਾੜੇ ਨਤੀਜੇ ਭੁਗਤਣੇ ਪੈ ਸਕਦੇ। सभा की तरफ से आपके RSS के दफ्तर का घेराव किया गया है, पहले भी संगरूर में हुआ, क्या कहोगे? ਇਹ ਜਿਹੜਾ ਕਮਿਊਨਿਸਟ ਵਿਚਾਰਧਾਰਾ ਦੇ ਲੋਕਾਂ ਦੇ ਦੁਆਰਾ ਪੰਜਾਬ ਦੇ ਇਹ ਸਾਡਾ ਦੂਸਰਾ ਦਫ਼ਤਰ ਹੈ ਜਿਹਦੇ ਉੱਤੇ ਇਹ ਘਿਰਾਓ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਸੰਗਰੂਰ ਦੇ ਵਿੱਚ ਜਿਹੜਾ ਸਾਡਾ ਸੰਘ ਦਾ ਕਾਰਿਆਲਾ ਹੈ ਉੱਥੇ ਉਹਨਾਂ ਨੇ ਘਿਰਾਓ ਕੀਤਾ ਔਰ ਉੱਥੇ ਬੋਰਡ ਦੇ ਉੱਤੇ ਕਾਲਿਖ ਪੋਤੀ। ਔਰ ਜਿਹੜੀ ਸਭ ਤੋਂ ਬੜੀ ਚੀਜ਼ ਹੈ ਵਾਸਤਵ ਦੇ ਵਿੱਚ ਜਿਹੜੀ ਕਮਿਊਨਿਸਟ ਵਿਚਾਰਧਾਰਾ ਹੈ ਉਸ ਦਾ ਮਤਲਬ ਹੈ ਹਿੰਦੂਆਂ ਦੇ ਲਈ, ਹਿੰਦੂਤਵ ਦੇ ਲਈ ਇੱਕ ਅਸ਼ਰਧਾ ਦਾ ਭਾਵ ਪੈਦਾ ਕਰਨਾ, ਉਹਦੇ ਪ੍ਰਤੀ ਘ੍ਰਿਣਾ ਦਾ ਭਾਵ ਪੈਦਾ ਕਰਨਾ। ਇਸ ਕਰਕੇ ਮੈਂ ਮੀਡੀਆ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਉਹਨਾਂ ਨੇ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਜਿਹੜਾ ਕਿ ਬੜਾ ਪਰਮ ਪੂਜਨੀय ਚਿੰਨ੍ਹ ਜਿਹੜਾ ਹੈ ਸਾਰੇ ਹਿੰਦੂ ਸਮਾਜ ਲਈ ਹੈ, ਉਹਨੂੰ ਕਾਂਟਾ ਮਾਰ ਕੇ ਉਸ ਦਾ ਅਪਮਾਨ ਕੀਤਾ ਹੈ। ਤਾਂ ਕੁੱਲ ਮਿਲਾ ਕਰਕੇ ਜਿਹੜੀ ਵਿਚਾਰਧਾਰਾ ਜਿਹੜੀ ਧਰਮ ਨੂੰ ਨਹੀਂ ਮੰਨਦੀ ਔਰ ਇਸੇ ਕਰਕੇ ਉਹ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੇ ਖਿਲਾਫ ਇੱਕ ਬਹੁਤ ਬੜੀ ਸਾਜ਼ਿਸ਼ ਜਿਹੜੀ ਹੈ ਉਹ ਕਰਦੀ ਹੈ। ਔਰ ਦੂਸਰਾ, ਅੱਜ ਮੋਗਾ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਨੇ ਇਹ ਅੱਜ RSS ਦੇ ਆਫਿਸ ਦੇ ਘਿਰਾਓ ਦੀ ਗੱਲ ਕੀਤੀ ਹੈ, ਮੈਂ ਇਸ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਮੈਂ ਪੰਜਾਬ ਦੇ ਸਾਰੇ ਕਿਸਾਨ ਜਥੇਬੰਦੀ, ਸਮਾਜਿਕ ਸੰਸਥਾਵਾਂ ਨੂੰ ਇਹ ਕਹਾਂਗਾ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਕੁਝ ਹੀ ਰਾਜਨੀਤਿਕ ਇੱਛਾ ਹੈ ਔਰ ਜਿਹੜੀ ਹਿੰਦੂ ਧਰਮ ਦੇ ਖਿਲਾਫ ਇੱਕ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਘ੍ਰਿਣਾ ਪੈਦਾ ਹੋਈ ਹੈ, ਭਰੀ ਹੋਈ ਹੈ, ਉਸ ਨੂੰ ਇਹ ਪ੍ਰਗਟ ਕਰਨ ਦਾ ਬੜਾ ਉੱਚਾ ਜਿਹੜਾ ਹੈ ਉਹ ਉਹਨਾਂ ਦਾ ਪ੍ਰयास ਹੈ। ਮੈਂ ਇਸ ਦੀ ਨਿੰਦਾ ਕਰਦਾ ਔਰ ਮੈਂ
ਇਹ ਸਾਰੇ ਮੀਡੀਆ ਦੇ ਰਾਹੀਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਜਿਹੜੇ ਨੇ ਕਦੇ ਸਫਲ ਨਹੀਂ ਹੋ ਸਕਦੇ। ਇਹ ਕਮਿਊਨਿਸਟਾਂ ਦਾ ਜਿਹੜਾ ਇਤਿਹਾਸ ਹੈ ਇਹ ਹਿੰਸਾ ਦਾ ਇਤਿਹਾਸ ਹੈ। ਸਾਰੀ ਨਕਸਲਵਾਦੀ ਜਿਹੜੀ ਨਕਸਲੀ ਹਿੰਸਾ ਇਹਨਾਂ ਦੇ ਦੁਆਰਾ ਪੂਰੇ ਦੇਸ਼ ਭਰ ਦੇ ਵਿੱਚ ਕੀਤੀ ਜਾ ਰਹੀ ਹੈ। ਸਮੂਹ ਕਿਸਾਨ ਜਥੇਬੰਦੀ ਸਮਾਜਿਕ ਸੰਸਥਾਵਾਂ ਨੂੰ ਮੈਂ ਇਹ ਭਰੋਸਾ ਦਿਵਾਨਾ ਕਿ ਸੰਘ ਪੰਜਾਬ ਪੰਜਾਬੀਅਤ ਔਰ ਦੇਸ਼ ਦੇ ਨਾਲ ਹੈ, ਕਿਸਾਨਾਂ ਦੇ ਨਾਲ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿਹੜੇ ਕਿਸਾਨਾਂ ਦੇ ਨਾਂ 'ਤੇ ਆਪਣੀ ਪਾਰਟੀ ਦੀ ਆਪਣੀ ਵਿਚਾਰਧਾਰਾ ਦੀ ਰਾਜਨੀਤੀ ਕਰ ਰਹੇ ਨੇ, ਇਹਨਾਂ ਤੋਂ ਸੁਚੇਤ ਰਹਿਣ। ਆਪਣੀ ਸੰਗਠਨ ਦੇ ਵਿੱਚ ਐਸੇ ਲੋਕਾਂ ਨੂੰ ਬਾਹਰ ਕੱਢਣੇ ਚਾਹੀਦੇ ਨੇ ਔਰ ਮੀਡੀਆ ਨੂੰ ਵੀ ਮੈਂ ਕਹਾਂਗਾ ਕਿ ਐਸੇ ਲੋਕਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ ਕਿ मूल विषय तो हटके किसान बिल के बजाय RSS ਨੂੰ टारगेट बनाकर हिंदू समाज की जी मान बिंदु है स्वास्तिक है ओम है उसनों अपमानित करके वो एक गलत परंपरा डाल पा रहे हैं। गोपाल जी उन्होंने कहना किसान विरोधी बिल ਨੂੰ ਲੈ ਕੇ ਹੀ ਇਹ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਜੀ ਕਿਸਾਨ ਬਿੱਲ ਨੂੰ ਲੈ ਕੇ ਤੇ ਸਵਾਸਤਿਕ ਨੂੰ ਸੰਗਰੂਰ ਦੇ ਵਿੱਚ ਉਹਨਾਂ ਨੇ ਕਿਉਂ ਟਾਰਗੇਟ ਕੀਤਾ? ਆਪਾਂ ਗੱਲ ਮੋਗੇ ਦੀ ਕਰ ਰਹੇ ਹਾਂ ਜੀ। ਮੋਗਾ ਦੇ ਵਿੱਚ ਅੱਜ ਖਰਾਬ ਕੀਤਾ ਜਾ ਰਿਹਾ ਉਹ ਖੇਤੀ ਬਿੱਲਾਂ ਨੂੰ ਲੈ ਕੇ ਕੀਤਾ ਨਹੀਂ। ਉਹ ਪਰ ਉਹਦਾ ਤਾਂ ਤੁਸੀਂ ਬੈਨਰ ਪੜੋ। उस बैनर ਦੇ ਵਿੱਚ RSS ਦੇ ਬਾਰੇ ਲਿਖਿਆ ਉਹਨਾਂ ਨੇ। ਔਰ ਸਾਡਾ ਇਹ ਕਹਿਣਾ ਹੈ ਕਿ ਅਗਰ ਕਿਸਾਨ ਬਿੱਲ ਦਾ ਕੋਈ ਵਿਰੋਧ ਕਰਨਾ ਹੈ ਤਾਂ ਉਹ ਜਿਸ ਤਰ੍ਹਾਂ BJP ਦੇ ਹੈ ਆਫਿਸ ਜਾਂ BJP ਦੇ ਕਾਰਜਕਰਤਾ ਕਿਸਾਨ ਯੂਨੀਅਨ ਤਾਂ ਉਹਨਾਂ ਦੇ ਕਰੋ ਬਾਹਰ ਧਰਨਾ ਦੇ ਰਹੇ ਸਾਰੇ ਦੇਸ਼ ਦੇ ਵਿੱਚ ਕਿਸੇ ਵੀ RSS ਦੇ ਦਫ਼ਤਰ ਦੇ ਬਾਰੇ ਦੇ ਵਿੱਚ ਜਾਂ ਦਫ਼ਤਰ ਦੇ ਬਾਹਰ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੈ। ਸਰ ਤੁਸੀਂ ਵੀ ਕਹਿ ਰਹੇ RSS ਵਿਰੋਧ ਕਰ ਰਹੀ ਹੈ। RSS ਦੇ ਵਿਰੋਧ ਔਰ ਸਮਰਥਨ ਦਾ ਮਤਲਬ ਹੀ ਨਹੀਂ ਹੈ ਜਿਹਦੇ ਸਾਡਾ ਵਿਸ਼ਾ ਹੀ ਨਹੀਂ ਹੈ। ਮੈਂ ਕਹਿ ਰਿਹਾ ਵੀ ਸੰਘ ਤਾਂ ਇੱਕ ਸਮਾਜਿਕ ਸੰਗਠਨ ਹੈ। ਇਹ BJP ਨੂੰ ਪੁੱਛਣਾ ਚਾਹੀਦਾ ਪਾਰਟੀ ਨੂੰ ਪੁੱਛਣਾ ਚਾਹੀਦਾ। ਸੰਗਠਨ ਹੈ ਕਿਸਾਨ ਕਹਿੰਦੇ ਆ ਅਗਰ ਇਹ ਬਿੱਲ ਪਾਸ ਹੁੰਦਾ ਜਾਂ ਕਾਨੂੰਨ ਲਾਗੂ ਹੁੰਦਾ ਤਾਂ ਹਰ ਵਰਗ ਨੂੰ। ਮੈਂ ਕਹਿ ਰਿਹਾ ਵੀ ਮੈਂ ਦੂਸਰੀ ਗੱਲ ਕਰ ਰਿਹਾ ਵੀ ਸਰਕਾਰ ਦੋਵੇਂ ਗੱਲ ਕਰ ਰਹੀ। ਸਰਕਾਰ ਕਹਿ ਰਹੀ ਫਾਇਦਾ ਹੈ ਉਹ ਕਹਿ ਰਹੇ ਨੇ ਅਸੀਂ ਕਹਿ ਰਹੇ ਵੀ ਚਰਚਾ ਹੋਣੀ ਚਾਹੀਦੀ ਹੈ ਵਿਚਾਰ ਹੋਣਾ ਚਾਹੀਦਾ। ਅਸੀਂ ਤਾਂ ਇਹ ਕਹਿ ਰਹੇ ਨਾ ਦਿੱਲੀ ਬੁਲਾਇਆ ਗਿਆ ਲੇਕਿਨ ਦਿੱਲੀ ਕੋਈ ਸਿੱਟਾ ਨਹੀਂ ਨਿਕਲਿਆ ਗਿਆ ਕਿਸਾਨ ਵਾਪਸ ਆ ਗਏ ਦਿੱਲੀੋਂ। ਇਹ ਫਿਰ ਉਹਨਾਂ ਦਾ ਵਿਸ਼ਾ ਹੈ ਜੀ। BJP ਵਾਲੇ ਨਾਲ ਤੁਸੀਂ ਜ਼ਿਆਦਾ ਅੱਛੀ ਤਰ੍ਹਾਂ ਇਸ ਦੀ ਚਰਚਾ ਕਰ ਸਕਦੇ ਹੋ। मोगा से दिलीप कुमार की रिपोर्ट।